ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਸ਼ਾਂਤ ਰਾਮਾ ਸਲੋਕ। ਜੇ ਜੇ ਜਾਏ ਸੁਰ ਸकुल ਕੁਲ, ਬੰਸ ਕੁਲੀਨ ਧਰਮਗ। ਤੇ ਤੇ ਕੀਨਿਓ ਭਗਤ ਹਰ, ਪ੍ਰਾਪਤ ਹਰ ਪਦ ਸਵਰਗ। ਜੇ ਜੇ ਜੈ ਸੁਰ ਸकुल ਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਰਜਨਾਦ ਦੈਂਤ ਆਪਣੇ ਮਨ ਵਿੱਚ ਸੋਚਦਾ ਪਿਆ ਏ ਕਿ ਸਰਬਲੋ ਭਗਵਾਨ ਦੇ ਨਾਲ ਆਕੜ ਕਰਕੇ ਮੈਂ ਚੰਗਾ ਨਹੀਂ ਕੀਤਾ, ਕਿਉਂਕਿ ਭਗਵਾਨ ਦੇ ਨਾਲ ਆਕੜਨਾ ਬੜਾ ਦੁਖਦਾਈ ਹੁੰਦਾ ਏ। ਫਿਰ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਦਾ ਏ ਕਿ ਜਿਹਨੂੰ ਸਾਰਾ ਸੰਸਾਰ ਪੂਜਦਾ ਪਿਆ ਏ, ਤੂੰ ਉਹਦੇ ਨਾਲ ਲੜਦਾ ਪਿਆ ਏ। ਉਹ ਭਗਵਾਨ ਤੈਨੂੰ ਪਰਾਜਿਤ ਕਰਨ ਵਾਸਤੇ ਆਇਆ ਏ। ਭਗਵਾਨ ਦੇ ਹੱਥੋਂ ਮਰੇਗਾ ਤੇ ਮੁਕਤੀ ਨੂੰ ਪ੍ਰਾਪਤ ਕਰੇਗਾ। ਮੁਕਤੀ ਦੇ ਦੋ ਮਾਰਗ ਕਹੇ ਜਾਂਦੇ ਨੇ, ਦਵੈ ਭਾਂਤ ਕੋ ਸਰੁਤ ਮੁਕਤ ਭਾਖਤ, ਇੱਕ ਭਗਤ ਦੁਤੀ ਬਰੋਧ ਹੈ। ਇਹ ਮਨ ਵਿੱਚ ਵਿਚਾਰਾਂ ਕਰਦਾ ਪਿਆ ਏ। ਆਪ ਜੀ ਨੇ ਇਹ ਕਥਾ ਸਰਵਣ ਕੀਤੀ ਸੀ। ਸੋ ਆਓ ਅੱਜ ਪਿਆਰ ਦੇ ਨਾਲ ਇਹੋ ਹੀ ਲੜੀ ਮਹਾਰਾਜ ਕਲਗੀਧਰ ਜੀ ਅੱਗੇ ਤੋਰਦੇ ਪਏ ਨੇ। ਪਿਆਰ ਦੇ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਬਿਸਨ ਪਾਦ ਸ਼ਾਂਤ ਰਾਮਾ ਸਲੋਕ। ਜੇ ਜੇ ਜੈ ਸੁਰ ਸकुल ਕੁਲ। ਹਾਂ, ਬਿਰਜਨਾਦ ਆਪਣੇ ਮਨ ਵਿੱਚ ਵਿਚਾਰ ਕਰਦਾ ਏ। ਜਿੰਨੇ ਵੀ ਦੇਵਤੇ ਹੋਏ ਨੇ ਉਹ ਸਾਰੇ ਸੁਕੁਲ ਮੈਨੇ ਸ੍ਰੇਸ਼ਟ ਕੁਲਾਂ ਵਿੱਚ ਹੋਏ ਨੇ। ਕੁਲ ਮੈਨੇ ਸਾਰੇ ਹੀ ਜਿੰਨੇ ਵੀ ਦੇਵਤਿਆਂ ਦੇ ਘਰਾਣੇ ਦੇ ਵਿੱਚ ਜੰਮੇ ਹਨ, ਉਹ ਸਾਰੇ ਹੀ 33 ਕਰੋੜ ਦੇਵਤੇ ਤੇ 9 ਕਰੋੜ ਦੇਵੀਆਂ, ਸਾਰੇ ਸੋ ਮੈਨੇ ਉੱਤਮ ਕੁਲਾਂ ਵਿੱਚ ਜਨਮੇ ਹਨ। ਬੰਸ ਕੁਲੀਨ ਧਰਮਗ। ਹਾਂ, ਬੀਰਜਨਾਦ ਮਨ ਵਿੱਚ ਵਿਚਾਰ ਕਰਦਾ ਏ ਕਿ ਉਹਨਾਂ ਦੀਆਂ ਬੰਸਾਂ ਵੀ ਉੱਤਮ ਨੇ, ਉਹਨਾਂ ਦੀਆਂ ਕੁਲਾਂ ਵੀ ਉੱਤਮ ਨੇ, ਤੇ ਉਹ ਧਰਮ ਤੋਂ ਚੰਗੇ ਜਾਣੂ ਨੇ। ਧਰਮਗ ਦਾ ਅਰਥ ਹੈ ਧਰਮ ਅੱਗ। ਅੱਗ ਮੈਨੇ ਹੁੰਦਾ ਏ ਜਾਣੂ। ਉਹ ਧਰਮ ਤੋਂ ਚੰਗੇ ਜਾਣੂ ਨੇ। ਉਹਨਾਂ ਨੂੰ ਪਤਾ ਏ ਕਿ ਅਸੀਂ ਦੇਵਤੇ ਹਾਂ ਤੇ ਦੇਵਤਿਆਂ ਦਾ ਧਰਮ ਕੀ ਹੈ। ਦੇਵਤਿਆਂ ਦਾ ਧਰਮ ਹੈ ਵੀ ਸੱਚਾਈ ਦਾ ਸਾਥ ਦੇਣਾ, ਰੱਖਿਆ ਕਰਨੀ। ਇਸ ਲਈ ਵੀਰਨਾਥ ਆਪਣੇ ਮਨ ਵਿੱਚ ਸੋਚਦਾ ਏ ਕਿ ਉੱਚੀਆਂ ਕੁਲਾਂ ਦੇ, ਉੱਚੀਆਂ ਬੰਸਾਂ ਦੇ ਨੇ ਤੇ ਆਪਣੇ ਧਰਮ ਤੋਂ ਚੰਗੇ ਜਾਣੂ ਨੇ। ਤੇ ਤੇ ਕੀਨਿਓ ਭਗਤ ਹਰ। ਹਾਂ, ਜਿੰਨੇ ਜਿੰਨੇ ਦੇਵਤੇ ਪੈਦਾ ਹੋਏ ਨੇ ਸ੍ਰੇਸ਼ਟ ਕੁਲਾਂ ਵਿੱਚ, ਤੇ ਉਹਨਾਂ ਨੇ ਸਾਰਿਆਂ ਨੇ ਹਰੀ ਦੀ ਭਗਤੀ ਨੂੰ ਕਰਨਾ ਕੀਤਾ ਏ। ਪ੍ਰਾਪਤ ਹਰ ਪਦ ਸਵਰਗ। ਉਹਨਾਂ ਨੇ ਹਰੀ ਦੇ ਪਾਸੋਂ ਪਦਵੀ ਪ੍ਰਾਪਤ ਕੀਤੀ ਹੈ ਸਵਰਗਾਂ ਦੀ। ਸਵਰਗ ਮੈਨੇ ਸਵਰਗਾਂ ਵਿੱਚ ਰਹਿਣ ਦੀ ਉਹਨਾਂ ਨੇ ਹਰੀ ਦੇ ਪਾਸੋਂ ਪਦਵੀ ਪ੍ਰਾਪਤ ਕੀਤੀ ਹੈ। ਉਹਨਾਂ ਦਾ ਵਰਗ ਬੜਾ ਚੰਗਾ ਹੈ, ਜਿਹੜੇ ਵਰਗ ਵਿੱਚ ਉਹ ਰਹਿੰਦੇ ਹਨ। ਸਵਰ ਅੱਗ, ਸਵਰ ਮੈਨੇ ਆਪਣੇ ਨਿੱਜੀ ਸਰੂਪ ਤੋਂ ਅੱਗ ਜਾਣੂ ਨੇ ਉਹ, ਤੇ ਉਹਨਾਂ ਨੇ ਐਸੀ ਪਦਵੀ ਹਰੀ ਦੇ ਦਰ ਤੋਂ ਪ੍ਰਾਪਤ ਕੀਤੀ ਹੈ ਕਿ ਉਹਨਾਂ ਨੂੰ ਨਿੱਜੀ ਆਤਮ ਸਰੂਪ ਦਾ ਗਿਆਨ ਹੈ। ਸ਼ੰਤ ਜੇ ਜੈ ਸੁਰ ਕੁਲ ਸਕਲ ਬੰਸਨ। ਬੀਰਜਨਾਦ ਮਨ ਵਿੱਚ ਵਿਚਾਰ ਕਰਦਾ ਏ ਕਿ ਸਾਰੀਆਂ ਬੰਸਾਂ ਦੇ ਵਿੱਚੋਂ ਜਿਹੜੀਆਂ ਉੱਤਮ ਬੰਸਾਂ ਨੇ ਉਹ ਨੇ ਦੇਵਤਿਆਂ ਦੀਆਂ ਬੰਸਾਂ। ਸਕਲ ਬੰਸਨ, ਸਾਰੀਆਂ ਬੰਸਾਂ ਵਿੱਚੋਂ ਜਿਹੜੀਆਂ ਦੇਵਤਿਆਂ ਦੀਆਂ ਬੰਸਾਂ ਨੇ ਉਹ ਉੱਤਮ ਨੇ, ਤੇ ਉਹਨਾਂ ਬੰਸਾਂ ਦੇ ਵਿੱਚ, ਉਹਨਾਂ ਕੁਲਾਂ ਦੇ ਵਿੱਚ ਸਾਰੇ ਹੀ ਦੇਵਤੇ ਜਨਮੇ ਨੇ। ਗਤ ਬਿਵੰਨ ਹੈ ਪਾਵਹੀ। ਤਾਂ ਹੀ ਉਹਨਾਂ ਨੇ ਬਿਵਾਨਾਂ ਵਾਲੀ ਭਾਵ ਉੱਤਮ ਪਦਵੀ ਨੂੰ ਪਾਇਆ ਏ।
ਦੇਵਤੇ ਭਵਾਨਾਂ ਉੱਪਰ ਚੜ੍ਹ ਕੇ ਅਸਮਾਨ ਵਿੱਚ ਇੱਧਰ ਉੱਧਰ ਜਾਂਦੇ ਨੇ, ਅਸਮਾਨ ਵਿੱਚ ਰਹਿੰਦੇ ਨੇ, ਤੇ ਇਹਨਾਂ ਨੂੰ ਭਗਵਾਨ ਗਤੀ ਨੂੰ ਪ੍ਰਾਪਤ ਹੋਏ ਦੇਵਤੇ ਕਹਿ ਦਿੰਦੇ ਨੇ। ਭਾਵ ਦੇਵਤਿਆਂ ਦੀ ਜਿਹੜੀ ਪਦਵੀ ਹੈ ਉਹ ਭਗਵਾਨ ਗਤੀ ਹੈ। ਭਗਵਾਨ ਗਤੀ ਉੱਤਮ ਗਤੀ ਮੰਨੀ ਗਈ ਹੈ, ਉੱਤਮ ਅਵਸਥਾ ਮੰਨੀ ਗਈ ਹੈ। ਸੋ ਵੀਰਯਨਾਥ ਕਹਿੰਦਾ ਏ ਕਿ ਉਹਨਾਂ ਨੇ ਵਿਮਾਨਾਂ ਦੀ ਗਤੀ ਅਰਥਾਤ ਉੱਚੇ ਹੋਣ ਦੀ ਸ਼ਕਤੀ ਨੂੰ ਪ੍ਰਾਪਤ ਕੀਤਾ ਏ ਹਰੀ ਦੇ ਪਾਸੋਂ। ਹੋ ਭਗਤ ਮਾਰਗ ਭਗਤ ਹਰ ਕੇ। ਮਹਾਰਾਜ ਕਲਗੀਧਰ ਜੀ ਸੰਤ ਦੀ ਚਾਲ ਮੁਤਾਬਕ ਕਹਿੰਦੇ ਹੋ, ਹੇ ਭਾਈ ਹਰੀ ਦੇ ਭਗਤ ਹੀ ਭਗਤੀ ਦੇ ਮਾਰਗ ਉੱਪਰ ਚੱਲਦੇ ਨੇ। ਹਰ ਭਗਤ ਨੀਤ ਕਮਾਵਹੀ। ਹਰੀ ਦੇ ਭਗਤ ਨਿਤਾ ਹੀ ਹਰੀ ਦੀ ਭਗਤੀ ਕਮਾਉਂਦੇ ਨੇ। ਇਹ ਜਿਹੜੇ ਦੇਵਤੇ ਨੇ ਹਰੀ ਦੇ ਭਗਤ ਨੇ, ਇਹ ਭਗਤੀ ਦੇ ਮਾਰਗ ਉੱਪਰ ਚੱਲ ਕਰਕੇ ਨਿਤਾ ਹੀ ਹਰੀ ਦੀ ਭਗਤੀ ਦੀ ਕਮਾਈ ਕਰਦੇ ਪਏ ਨੇ। ਸਾ ਜੁਜ ਸਾ ਮੀਪੀ ਹੋਤ ਕੇਤੇ। ਦੁਨੀਆ ਦੇ ਉੱਪਰ ਜਿੰਨੇ ਵੀ ਭਗਤ ਨੇ ਪਰਮੇਸ਼ਰ ਦੀ ਭਗਤੀ ਕਰਕੇ ਉਹ ਸਾਜੁਜ ਤੇ ਸਾਮੀਪੀ ਇਹ ਮੁਕਤੀਆਂ ਨੂੰ ਪ੍ਰਾਪਤ ਕਰਦੇ ਨੇ। ਗੁਰੂ ਖਾਲਸਾ ਜੀ 4 ਪ੍ਰਕਾਰ ਦੀਆਂ ਮੁਕਤੀਆਂ ਮੰਨੀਆਂ ਗਈਆਂ ਨੇ। ਸਾਜੁਜ ਮੁਕਤੀ ਹੁੰਦੀ ਹੈ ਜਿੱਥੇ ਗੁਰੂ ਖਾਲਸਾ ਜੀ ਦੁਈ ਭਾਵ ਮਿਟ ਜਾਵੇ। ਜਸ ਠਾਕੁਰ ਤਸ ਸੇਵਕ ਬਣਿਓ, ਠਾਕੁਰ ਸੇਵਕ ਜਾਤ ਨਾ ਗਣਿਓ। ਜਿੱਥੇ ਠਾਕੁਰ ਤੇ ਸੇਵਕ ਇੱਕ ਰੂਪ ਹੋ ਜਾਣ ਉਹਨੂੰ ਸਾਜੁਜ ਮੁਕਤੀ ਕਹਿੰਦੇ ਨੇ। ਦੂਜੀ ਸਾਮੀਪ ਮੁਕਤੀ ਹੈ, ਜਿਹੜਾ ਇਸ਼ਟ ਦੇਵ ਹੈ ਉਹਦੇ ਨੇੜੇ ਬੈਠਣ ਦਾ ਸੁਭਾਗ ਪ੍ਰਾਪਤ ਹੋਣਾ ਮਰਨ ਤੋਂ ਬਾਅਦ, ਉਹਨੂੰ ਸਾਮੀਪ ਮੁਕਤੀ ਕਹਿੰਦੇ ਨੇ। ਸਾਲੋਕ ਮੁਕਤੀ ਹੈ, ਜਿਹੜੇ ਦੇਸ਼ ਵਿੱਚ ਜਿਹੜੇ ਲੋਕ ਵਿੱਚ ਇਸ਼ਟ ਦੇਵ ਰਹਿੰਦਾ ਏ ਉਸ ਲੋਕ ਵਿੱਚ ਜਾਣ ਦਾ ਸੁਭਾਗਯ ਪ੍ਰਾਪਤ ਹੋਣਾ ਮਰਨ ਤੋਂ ਬਾਅਦ, ਉਹਨੂੰ ਸਾਲੋਕ ਮੁਕਤੀ ਕਹਿੰਦੇ ਨੇ। ਇੱਕ ਸਾਰੂਪ ਮੁਕਤੀ ਹੈ, ਜੈਸਾ ਇਸ਼ਟ ਦੇਵ ਹੈ ਤੈਸਾ ਹੀ ਸਰੂਪ ਪ੍ਰਾਪਤ ਹੋ ਜਾਣਾ। ਜਿਵੇਂ ਵਿਸ਼ਨੂੰ ਨੇ ਗੁਰੂ ਖਾਲਸਾ ਜੀ ਲੰਮਾ ਸਮਾਂ ਮਾਂ ਵਿਸ਼ਨੂੰ ਦੀ ਅਕਾਲ ਪੁਰਖ ਦੀ ਪੂਜਾ ਕੀਤੀ, ਬੰਦਗੀ ਕੀਤੀ, ਤੇ ਅਕਾਲ ਪੁਰਖ ਜੀ ਪ੍ਰਸੰਨ ਹੋਏ ਤੇ ਕਹਿਣ ਲੱਗੇ ਵਿਸ਼ਨੂੰ ਕੀ ਮੰਗਦਾ ਏ? ਕਹਿਣ ਲੱਗਾ ਤੁਹਾਡੇ ਵਾਲਾ ਸਰੂਪ ਮੈਨੂੰ ਪ੍ਰਾਪਤ ਹੋ ਜਾਵੇ ਤੇ ਤੁਹਾਡੇ ਜਿੰਨੀ ਲੋਕਾਂ ਵਿੱਚ ਮੇਰੀ ਪੂਜਾ ਅਰਚਨਾ ਹੋਵੇ। ਤੇ ਇਹਨੂੰ ਅਕਾਲ ਪੁਰਖ ਪਰਮੇਸ਼ਰ ਵਾਲਾ ਸਰੂਪ ਪ੍ਰਾਪਤ ਹੋਇਆ ਤੇ ਅਕਾਲ ਪੁਰਖ ਪਰਮੇਸ਼ਰ ਜਿੰਨੀ ਪੂਜਾ ਅਰਚਨਾ ਇਹਦੀ ਹੋਣ ਲੱਗ ਪਈ। ਇਹ ਹੈ ਸਰੂਪ ਮੁਕਤੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਸਰੂਪ ਮੁਕਤੀ ਬਖਸ਼ੀ ਹੈ। ਜੈਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੈਸਾ ਹੀ ਉਹਨਾਂ ਦਾ ਖਾਲਸਾ ਹੈ। ਜੈਸਾ ਲਿਬਾਸ, ਜੈਸਾ ਮਹਾਰਾਜ ਰਹਿਣ ਸਹਿਣ ਬਹਿਣ, ਜੈਸਾ ਮਹਾਰਾਜ ਵਰਤਾਰਾ ਵਰਤਾਉਂਦੇ ਸਨ ਆਪਣੀ ਜ਼ਿੰਦਗੀ ਵਿੱਚ, ਖਾਲਸਾ ਵੀ ਵੈਸਾ ਹੀ ਵਰਤਾਰਾ ਵਰਤਾਉਂਦਾ ਹੈ। ਖਾਲਸੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਰੰਚਕ ਮਾਤਰ ਭੇਦ ਨਹੀਂ ਹੈ। ਗੁਰੂ ਕਾ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੀ ਰੂਪ ਹੈ। ਸਤਿਗੁਰਾਂ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂੰ ਨਿਵਾਸ। ਇਹ ਖਾਲਸਾ ਮੇਰਾ ਰੂਪ ਹੈ। ਗੁਰੂ ਕੇ ਖਾਲਸੇ ਨੂੰ ਸਰੂਪ ਮੁਕਤੀ ਪ੍ਰਾਪਤ ਹੈ ਜੀਂਦਿਆਂ। ਤੇ ਜਦੋਂ ਗੁਰੂ ਕਾ ਖਾਲਸਾ ਇਹ ਦੇਹ ਦਾ ਪਾਤ ਕਰਦਾ ਏ, ਨਸ਼ਵਰ ਦੇਹ ਨੂੰ ਛੱਡ ਕਰਕੇ ਇਹ ਲੋਕ ਤੋਂ ਪ੍ਰਲੋਕ ਵੱਲ ਨੂੰ ਜਾਂਦਾ ਏ ਤੇ ਉਹ ਸਾਜੁਜ ਮੁਕਤੀ ਨੂੰ ਪ੍ਰਾਪਤ ਹੁੰਦਾ ਏ। ਇਹ ਗੁਰੂ ਖਾਲਸਾ ਜੀ ਚੌਥੀ ਮੁਕਤੀ ਹੈ। ਸੋ ਮਨ ਵਿੱਚ ਵਿਚਾਰ ਕਰਦਾ ਏ ਵੀਰਯਨਾਥ, ਜਿਹੜੇ ਹਰੀ ਦੇ ਭਗਤ ਨੇ ਉਹ ਭਗਤੀ ਦੇ ਮਾਰਗ ਤੇ ਚੱਲਦੇ ਨੇ, ਉਹ ਨਿਤਾ ਹੀ ਹਰੀ ਦੀ ਭਗਤੀ ਦੀ ਕਮਾਈ ਕਰਦੇ ਨੇ। ਕਈ ਸਾਜੁਜ ਮੁਕਤੀ ਤੇ ਕਈ ਸਾਮੀਪ ਮੁਕਤੀ ਦੀ ਪ੍ਰਾਪਤੀ ਕਰਦੇ ਨੇ। ਸਾਲੋਕ ਪ੍ਰਾਪਤ ਹੋਤ ਹੈ। ਵੀਰਜਨਾਥ ਆਪਣੇ ਮਨ ਨੂੰ ਕਹਿੰਦਾ, ਮਨਾ ਹਰੀ ਦੇ ਭਗਤੀ ਕਈ ਸਾਲੋਕ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ। ਸਾਰੂਪ ਪ੍ਰਾਪਤ ਭਗਤ ਕੀਤੇ। ਹਰੀ ਦੇ ਜਿਹੜੇ ਭਗਤ ਕਿੰਨੇ ਨੇ ਉਹ ਸਾਰੂਪ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ ਨੇ। ਬਿਸ਼ਨ ਮੈਂ ਉਦੋਤ ਹੈ। ਹਾਂ, ਬਿਸ਼ਨ
ਨਿਰਮਲ ਸਰੂਪ। ਵਿਸ਼ਨ ਦਾ ਅਰਥ ਹੁੰਦਾ ਇਹ ਵਿਸ਼ ਨਾ, ਜਿਹਦੇ ਵਿੱਚ ਵਿਸ਼ਿਆਂ ਦੀ ਜ਼ਹਿਰ ਨਾ ਹੋਵੇ। ਉਹਦਾ ਮੈਲ ਸਰੂਪ ਹੋ ਕੇ ਅਦੂਤ ਪ੍ਰਗਟ ਹੁੰਦੇ ਨੇ ਜਗਤ ਦੇ ਵਿੱਚ। ਸਕਾਮ ਭਗਤ ਚਾਤੁਰ ਵਿਵਸਥਾ। ਫਿਰ ਦੁਨੀਆ ਦੇ ਉੱਪਰ 4 ਪ੍ਰਕਾਰ ਦੇ ਭਗਤ ਨੇ। ਭਗਤਾਂ ਦੀਆਂ 4 ਵਿਵਸਥਾ ਮੈਨੇ ਅਵਸਥਾ ਨੇ। 4 ਪ੍ਰਕਾਰ ਦੇ ਭਗਤ ਨੇ। ਇੱਕ ਗੁਰੂ ਖਾਲਸਾ ਜੀ ਸਕਾਮ ਭਗਤ ਹੁੰਦੇ ਨੇ, ਜਿਨ੍ਹਾਂ ਨੂੰ ਕਾਮਨਾਵਾਨ ਭਗਤ ਕਹਿੰਦੇ ਨੇ। ਕਈ ਐਸੇ ਭਗਤ ਹੁੰਦੇ ਨੇ ਜਿਹੜੇ ਕਾਮਨਾ ਰੱਖ ਕਰਕੇ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦੇ ਨੇ, ਪਰਮੇਸ਼ਰ ਦੀ ਬੰਦਗੀ ਕਰਦੇ ਨੇ। ਜਿਵੇਂ ਗੁਰੂ ਖਾਲਸਾ ਜੀ ਆਪਾਂ ਸਾਰੇ ਆਸਤਕ ਲੋਕ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਦੁਖੀਆ ਦੁਖ ਸੰਸਾਰ, ਥੋੜੇ ਥੋੜੇ ਸਭ ਕੋ ਦੁਖੀ ਸੁਖੀ ਹਰੀ ਕੇ ਦਾਸ। ਤਨ ਕਰਕੇ, ਕੋਈ ਮਨ ਕਰਕੇ, ਕੋ ਘਰ ਕਰਕੇ, ਕੋ ਬਾਹਰ ਕਰਕੇ, ਥੋੜੇ ਥੋੜੇ ਸਾਰੇ ਦੁਖੀ ਨੇ। ਆਪਣੇ ਦੁੱਖਾਂ ਦੀ ਨਿਵਰਤੀ ਵਾਸਤੇ ਪਰਮੇਸ਼ਰ ਦੀ ਬੰਦਗੀ ਕਰਨੀ, ਪਰਮੇਸ਼ਰ ਦੇ ਅੱਗੇ ਅਰਦਾਸਾਂ ਕਰਨੀਆਂ। ਐਸੇ ਬੰਦਗੀ ਕਰਨ ਵਾਲੇ ਜਿਹੜੇ ਬੰਦਗੀਵਾਨ ਪੁਰਖ ਨੇ, ਉਹਨਾਂ ਨੂੰ ਗੁਰੂ ਖਾਲਸਾ ਜੀ ਸਕਾਮ ਭਗਤ, ਜਿਹੜੇ ਕਾਮਨਾਵਾਨ ਭਗਤ ਨੇ, ਇਹ ਗੁਰੂ ਖਾਲਸਾ ਜੀ ਪਹਿਲੇ ਦਰਜੇ ਦੇ ਭਗਤ ਨੇ, ਜਿਹੜੇ ਕਾਮਨਾ ਰੱਖ ਕਰਕੇ ਬੰਦਗੀ ਕਰਦੇ ਨੇ। ਜਿਵੇਂ ਆਪਾਂ ਸਾਰੇ ਹਾਂ, ਮਨ ਵਿੱਚ ਕਾਮਨਾ ਰੱਖੀ ਕਿ ਰੱਬਾ ਆਹ ਕੰਮ ਕਰਦੇ, ਮੈਂ ਤੇਰੀ ਬੰਦਗੀ ਕਰਾਂਗਾ। ਕਿ 40 ਕੱਟਦੇ ਨੇ ਮਨ ਵਿੱਚ ਕਾਮਨਾ ਰੱਖ ਕਰਕੇ, ਸੱਚੇ ਪਾਤਸ਼ਾਹ ਮੇਰੀ ਆਹ ਕੰਮ, ਆਹ ਭਾਵਨਾ ਪੂਰੀ ਹੋ ਜਾਵੇ, ਮੈਂ 40 ਕੱਟਾਂਗਾ। ਦੂਜੇ ਗੁਰੂ ਖਾਲਸਾ ਜੀ ਆਰਤ ਭਗਤ ਹੁੰਦੇ ਨੇ। ਆਰਤ ਭਗਤ ਉਹ ਹੁੰਦੇ ਨੇ ਜਿਹੜੇ ਦੁੱਖਾਂ ਦੀ ਨਿਵਰਤੀ ਵਾਸਤੇ ਭਗਤੀ ਕਰਦੇ ਨੇ। ਜਿਵੇਂ ਗੁਰੂ ਖਾਲਸਾ ਜੀ ਭਗਤ ਧੰਨੇ ਨੇ, ਗੋਪਾਲ ਤੇਰਾ ਆਰਤਾ, ਜੋ ਜਾਣ ਤੁਮਰੀ ਭਗਤ ਕਰਾਂਤੇ ਤਿਨਕੇ ਕਾਜ ਸਵਾਰਤਾ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਇਹ ਪੰਕਤੀਆਂ ਦੇ ਵਿੱਚ ਪਰਮੇਸ਼ਰ ਅੱਗੇ ਬੇਨਤੀ ਕੀਤੀ ਹੈ। ਤੀਜੇ ਗੁਰੂ ਖਾਲਸਾ ਜੀ ਗਿਆਨ ਭਗਤ ਹੁੰਦੇ ਨੇ, ਜਿਹੜੇ ਨਿੱਜੀ ਸਰੂਪ ਦੇ ਗਿਆਨ ਵਾਸਤੇ ਪਰਮੇਸ਼ਰ ਦਾ ਧਿਆਨ ਕਰਦੇ ਨੇ। ਮੈਂ ਬ੍ਰਹਮ ਹਾਂ ਕਹੋ ਕਬੀਰ ਤੂੰ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੇ ਨਾ ਮੰਸ। ਐਸੀ ਗੁਰੂ ਖਾਲਸਾ ਜੀ ਭਗਤੀ ਕਰਨ ਵਾਲੇ, ਗਿਆਨ ਦੀ ਪ੍ਰਾਪਤੀ ਵਾਸਤੇ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜਿਹੜੇ ਧਿਆਨ ਲਗਾਉਂਦੇ ਨੇ, ਧਿਆਨ ਨਾਲ ਭਗਤੀ ਕਰਦੇ ਨੇ, ਉਹ ਗਿਆਨ ਭਗਤ ਨੇ। ਚੌਥੇ ਗੁਰੂ ਖਾਲਸਾ ਜੀ ਉਪਾਸਕ ਭਗਤ ਨੇ। ਜਿਵੇਂ ਇੱਕ ਇਸਤਰੀ ਆਪਣੇ ਪਤੀ ਤੋਂ ਬਗੈਰ ਦੂਜੇ ਵੱਲ ਤੱਕਦੀ ਨਹੀਂ, ਉਹਨੂੰ ਪਤ ਬ੍ਰਤਾ ਔਰਤ ਕਹਿੰਦੇ ਨੇ। ਇਦਾਂ ਹੀ ਕੁਝ ਇਹੋ ਜਿਹੇ ਭਗਤ ਨੇ ਜਿਹੜੇ ਆਪਣੇ ਇਸ਼ਟ ਦੇਵ ਅਕਾਲ ਪੁਰਖ ਪਰਮੇਸ਼ਰ ਨੂੰ ਛੱਡ ਕੇ ਹੋਰ ਕਿਸੇ ਵੱਲ ਤੱਕਦੇ ਨਹੀਂ, ਆਪਣੇ ਆਪ ਨੂੰ ਔਰਤ ਮੰਨਦੇ ਨੇ ਤੇ ਪ੍ਰਭੂ ਪਰਮਾਤਮਾ ਨੂੰ ਆਪਣਾ ਪਤੀ ਮੰਨਦੇ ਨੇ। ਜਿਵੇਂ 10ਵੇਂ ਪਾਤਸ਼ਾਹ ਦੇ ਬਚਨ ਨੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਇਹ ਗੁਰੂ ਖਾਲਸਾ ਜੀ ਉਪਾਸਕ ਭਗਤ ਨੇ। ਪਹਿਲੇ ਸੁਕਾਮ ਭਗਤ ਜਿਹੜੇ ਕਾਮਨਾ ਸਹਿਤ ਭਗਤੀ ਕਰਦੇ ਨੇ। ਸੱਚੇ ਪਾਤਸ਼ਾਹ ਮੇਰੇ ਮਨ ਦੀ ਭਾਵਨਾ ਨੂੰ ਪੂਰੀਆਂ ਕਰ। ਜਿਨ੍ਹਾਂ ਦੇ ਪ੍ਰਥਾਏ ਵਾਕ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਇਹ ਸਕਾਮ ਭਗਤਾਂ ਵਾਸਤੇ ਗੁਰਬਾਣੀ ਦੇ ਵਿੱਚ ਪਦ ਲਿਖਿਆ ਹੈ। ਦੂਜੇ ਆਰਤ ਭਗਤ ਨੇ ਜਿਹੜੇ ਦੁਖੀ ਹੋ ਕੇ ਫਰਿਆਦਾਂ ਕਰਦੇ ਨੇ। ਜਿਵੇਂ ਭਗਤ ਬਾਣੀ ਪੜ੍ਹੀਏ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਤੇ ਭਗਤਾਂ ਨੇ ਦੁਖੀ ਹੋ ਕਰਕੇ ਬੜੀਆਂ ਫਰਿਆਦਾਂ ਕੀਤੀਆਂ। ਭਗਤ ਕਬੀਰ ਨੂੰ ਗੁਰੂ ਖਾਲਸਾ ਜੀ ਗੰਗਾ ਦੀਆਂ ਲਹਿਰਾਂ ਵਿੱਚ ਸੁੱਟ ਦਿੱਤਾ ਸੀ ਪਹਾੜ ਤੋਂ, ਤੇ ਉਸ ਵਕਤ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ।
ਉਸ ਵਕਤ ਭਗਤ ਕਬੀਰ ਨੇ ਫਰਿਆਦ ਕੀਤੀ। ਮਹਾਰਾਜ ਨੇ ਉਹਦੇ ਸੰਗਲ ਤੋੜੇ ਤੇ ਮ੍ਰਿਗਸ਼ਾਲਾ ਦੇ ਉੱਪਰ ਆਸਣ ਲਵਾ ਦਿੱਤਾ ਭਗਤ ਕਬੀਰ ਸਾਹਿਬ ਜੀ ਦਾ। ਇਦਾਂ ਹੀ ਗਿਆਨ ਭਗਤ ਹੈ ਜਿਹੜੇ ਨਿੱਜੀ ਸਰੂਪ ਦਾ ਧਿਆਨ ਧਾਰਦੇ ਨੇ। ਚੌਥੇ ਉਪਾਸਕ ਭਗਤ ਨੇ ਜੋ ਇਸਤਰੀਵਤ ਆਪ ਹੋ ਕਰਕੇ ਪ੍ਰਭੂ ਨੂੰ ਪਤੀ ਮੰਨ ਕਰਕੇ ਤੇ ਪ੍ਰਭੂ ਦੀ ਬੰਦਗੀ ਕਰਦੇ ਨੇ। ਸੋ ਬੀਰਜਨਾਥ ਆਪਣੇ ਮਨ ਵਿੱਚ ਸੋਚਦਾ ਏ ਕਿ 4 ਪ੍ਰਕਾਰ ਦੇ ਪਰਮੇਸ਼ਰ ਦੇ ਭਗਤ ਨੇ। 4 ਅਵਸਥਾ ਨੇ ਭਗਤਾਂ ਦੀਆਂ। ਪਹਿਲੀ ਹੈ ਸਕਾਮ ਭਗਤ, ਦੂਜੀ ਹੈ ਆਰਤ ਭਗਤ, ਤੀਜੀ ਗਿਆਨ ਭਗਤ ਤੇ ਚੌਥੀ ਉਪਾਸਕ ਭਗਤ। ਜਸ ਬਾਸਨਾ ਤਸ ਪਾਤ ਹੈ। ਹਾਂ, ਜਿਹੋ ਜੀ ਬਾਸ਼ਨਾ ਭਗਤ ਹੀ ਹੁੰਦੀ ਤਿਹੋ ਜਿਹਾ ਫਲ ਪਾਤ ਮੈਨੇ ਪਾ ਲੈਂਦਾ ਏ ਭਗਤ। ਜੈਸੀ ਬਾਸ਼ਨਾ ਤੈਸਾ ਹੀ ਫਲ ਪ੍ਰਾਪਤ ਕਰ ਲੈਂਦਾ ਏ। ਜੇ ਉਹਦੀ ਗਿਆਨ ਦੀ ਪ੍ਰਾਪਤੀ ਦੀ ਇੱਛਾ ਉਹ ਗਿਆਨੀ ਬਣ ਜਾਂਦਾ ਏ, ਬ੍ਰਹਮ ਗਿਆਨੀ। ਜੇ ਉਪਾਸਕ ਭਗਤ ਹੈ ਤੇ ਪਰਮੇਸ਼ਰ ਉਹਨੂੰ ਆਪਣੀ ਇਸਤਰੀ ਬਣਾ ਲੈਂਦਾ ਏ। ਏਕਾ ਪੁਰਖ ਸੁਬਾਈ ਨਾਰ। ਜੇ ਕੋਈ ਕਾਮਨਾ ਏ ਤੇ ਕਾਮਨਾ ਪੂਰੀਆਂ ਕਰ ਦਿੰਦਾ ਏ। ਦੁੱਖ ਵਾਸਤੇ ਬੰਦਗੀ ਹੋਈ ਤੇ ਦੁੱਖਾਂ ਦੀ ਨਿਵਰਤੀ ਕਰ ਦਿੰਦਾ ਏ। ਇੱਕ ਅਨੰਨ ਭਗਤ ਹਰ ਦਾਸ ਹੈ। ਹਾਂ, ਇੱਕ ਅਨੰਨ ਭਗਤੀ ਹੈ। ਅਨੰਨ ਭਗਤੀ ਹੁੰਦੀ ਹੈ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਜਦੋਂ ਦੇ ਤੇਰੇ ਚਰਨ ਪਕੜ ਲਏ ਨੇ, ਭਾਵੇਂ ਦੁੱਖ ਆਵੇ ਤੇ ਭਾਵੇਂ ਸੁਖ ਆਵੇ, ਭਾਵੇਂ ਜੀਵਨ ਮਿਲੇ ਤੇ ਭਾਵੇਂ ਮੌਤ ਮਿਲੇ, ਪਰ ਤੇਰੇ ਚਰਨਾਂ ਨੂੰ ਛੱਡ ਕੇ ਹੋਰ ਕਿਸੇ ਵੱਲ ਨਹੀਂ ਦੇਖਣਾ। ਬੀਰਜਨਾਥ ਕਹਿੰਦਾ ਇੱਕ ਪਰਮੇਸ਼ਰ ਦੇ ਅਨੰਨ ਭਗਤ ਨੇ ਤੇ ਉਹ ਹਰੀ ਦੇ ਖਾਸ ਦਾਸ ਨੇ। ਅਨੰਨਿਆ ਦਾ ਅਰਥ ਹੁੰਦਾ ਹੈ ਅਨੰਨਿਆ। ਜੋ ਅੰਨ੍ਹੇ ਕਹੀਏ ਹੋਰ ਨਾਲ ਸੰਬੰਧ ਅਨ ਮੈਨੇ ਨਾ ਰੱਖੇ। ਅਨੰਨਿਆ ਪਹਿਲੇ ਨੰਨੇ ਦੇ ਵਿੱਚੋਂ ਐੜਾ ਕੱਢ ਕਰਕੇ ਇਦਾਂ ਸੰਧੀ ਵਿਛੇਦ ਕਰਨਾ ਹੈ। ਅਨੰਨਿਆ, ਅੰਨਿਆ ਮੈਨੇ ਹੋਰ ਦੇ ਨਾਲ ਜੋ ਸੰਬੰਧ ਅਨ ਮੈਨੇ ਨਾ ਰੱਖਣ, ਆਪਣੇ ਇਸ਼ਟ ਦੇਵ ਨੂੰ ਛੱਡ ਕਰਕੇ ਦੂਜੇ ਵੱਲ ਝਾਕਣ ਵੀ ਨਾ, ਉਹਨਾਂ ਨੂੰ ਅਨੰਨਿਆ ਭਗਤ ਕਹਿੰਦੇ ਨੇ। ਨਿਹਕਾਮ ਹਰ ਹੈ ਧਿਆਤ ਹੈ। ਉਹ ਨਿਸ਼ਕਾਮ ਹੀ ਹਰੀ ਦੀ ਪੂਜਾ ਕਰਦੇ ਨੇ। ਹਰੀ ਨੂੰ ਨਿਸ਼ਕਾਮ ਹੀ ਧਿਆਉਂਦੇ ਨੇ, ਹਰੀ ਦਾ ਨਾਮ ਜਪਦੇ ਰਹਿੰਦੇ ਹਨ। ਇੱਕ ਭਗਤ ਨੌਦਾ ਕਰਤ ਹਰ ਕੀ। ਇੱਕ 9 ਪ੍ਰਕਾਰ ਦੀ ਭਗਤੀ ਕਰਦੇ ਨੇ ਹਰੀ ਦੀ। 9 ਪ੍ਰਕਾਰ ਦੀ ਭਗਤੀ ਹੈ ਤੇ 9 ਪ੍ਰਕਾਰ ਦੇ ਭਗਤ ਨੇ। ਕੋਈ ਪਹਿਲੀ ਭਗਤੀ ਕਰਦਾ, ਕੋਈ ਦੂਜੀ, ਕੋਈ ਤੀਜੀ। ਪੰਚ ਰਾਤਰੀ ਗ੍ਰੰਥ ਦੇ ਵਿੱਚ ਗੁਰੂ ਖਾਲਸਾ ਜੀ ਨਾਰਦ ਜੀ ਨੇ 11 ਪ੍ਰਕਾਰ ਦੀ ਵੀ ਭਗਤੀ ਕਥਨ ਕੀਤੀ ਹੈ। ਪਰਾ ਭਗਤੀ ਹੈ। ਇਸ ਤਰੀਕੇ ਦੇ ਨਾਲ 11 ਪ੍ਰਕਾਰ ਦੀ ਭਗਤੀ ਕਥਨ ਕੀਤੀ ਹੈ। 9 ਪ੍ਰਕਾਰੀ ਭਗਤ ਹੈ। 9 ਪ੍ਰਕਾਰ ਦੇ ਭਗਤ ਨੇ। ਮਹਾਰਾਜ ਕਲਗੀਧਰ ਜੀ ਕਹਿੰਦੇ ਬੀਰਜਨਾਥ ਮਨ ਵਿੱਚ ਸੋਚਦਾ ਏ ਵੀ ਇੱਕ 9 ਪ੍ਰਕਾਰ ਦੀ ਭਗਤੀ ਕਰਨੇ ਕਰਕੇ 9 ਪ੍ਰਕਾਰ ਦੇ ਭਗਤ ਅਖਵਾਉਂਦੇ ਨੇ। ਜਸ ਭਾਵਨੀ ਤਸ ਭਗਤ ਉਪਜਤ। ਹਾਂ, ਜੈਸੀ ਮਨ ਵਿੱਚ ਭਾਵਨਾ ਹੈ, ਸ਼੍ਰਵਣ ਕੀਰਤਨ ਸਿਮਰਨ ਪਾਦ ਸੇਵਨ ਅਰਚਨ ਵੰਦਨ ਸਾਖਿਆ ਦਾਸਿਆ ਅਤੇ ਆਤਮ ਨਿਵੇਦਨ, ਇਹ 9 ਪ੍ਰਕਾਰ ਦੀ ਭਗਤੀ ਹੈ। ਭਗਤ 9 ਪ੍ਰਕਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜ਼ਿਕਰ ਆਇਆ ਹੈ। ਸੋ ਕਹਿੰਦੇ ਜੈਸੀ ਕਿਸੇ ਦੀ ਭਾਵਨਾ ਹੈ ਤੈਸੀ ਭਗਤੀ ਉਹਦੇ ਮਨ ਵਿੱਚ ਪੈਦਾ ਹੋ ਜਾਂਦੀ ਹੈ। ਪ੍ਰੇਮ ਪ੍ਰਤੀਤ ਜੁਗਤ ਹੈ। ਹਾਂ, ਪ੍ਰੇਮ ਤੇ ਪ੍ਰਤੀਤ ਦੇ ਨਾਲ ਜੁਗਤ ਜੁੜੀ ਹੋਈ ਉਹ ਭਗਤੀ ਕਰਦੇ ਨੇ। ਕਿਉਂਕਿ 2 ਚੀਜ਼ਾਂ ਨੇ, ਇੱਕ ਪ੍ਰੇਮ ਹੈ ਤੇ ਇੱਕ ਪ੍ਰਤੀਤ ਹੈ। ਜਿਹਦੇ ਨਾਲ ਗੁਰੂ ਖਾਲਸਾ ਜੀ ਪ੍ਰੇਮ ਹੁੰਦਾ ਹੈ ਨਾ, ਉਹਦੇ ਤੇ ਭਰੋਸਾ ਨਹੀਂ ਜੇ ਹੁੰਦਾ। ਜਿਹਦੇ ਭਰੋਸਾ ਹੁੰਦਾ ਏ ਉਹਦੇ ਨਾਲ ਪਿਆਰ ਨਹੀਂ ਹੁੰਦਾ। ਜਿਵੇਂ ਮਾਪਿਆਂ ਦਾ ਨੰਨੇ ਮੁੰਨੇ ਬੱਚੇ ਦੇ ਨਾਲ ਪਿਆਰ ਹੁੰਦਾ ਏ, ਬੜਾ ਪਿਆਰ ਹੁੰਦਾ ਏ ਆਪਣੀ ਔਲਾਦ ਨਾਲ।
ਪਰ ਕੋਈ ਵੀ ਪਿਓ ਮਾਂ 500 ਰੁਪਈਆ ਨਹੀਂ ਫੜਾਵੇਗਾ, 2000 ਰੁਪਇਆ ਨਹੀਂ ਫੜਾਵੇਗਾ। ਉਹ ਕਹਿਣਗੇ ਬਾਲਕ ਹੈ, ਇਹਨੂੰ ਕੀ ਪਤਾ ਇਹ 500 2000 ਦਾ ਇਹ ਪਾੜ ਦੇਵੇਗਾ। ਪ੍ਰੇਮ ਤੇ ਹੈਗਾ ਏ, ਪਰ ਭਰੋਸਾ ਕੋਈ ਨਹੀਂ ਵੀ ਇਹ 2000 ਸਾਂਭ ਕੇ ਰੱਖੇ ਕਿ ਨਾ ਰੱਖੇ। ਗੁਆਂਢੀਆਂ ਦਾ ਜਵਾਨ ਲੜਕਾ ਏ, ਉੱਤੇ ਭਰੋਸਾ ਏ ਵੀ ਇਹ 2000 ਰੁਪਇਆ ਨੂੰ ਦੇਵਾਂਗੇ, ਇਹ 2000 ਰੁਪਏ ਦਾ ਜੋ ਅਸੀਂ ਸਮਾਨ ਕਵਾਂਗੇ ਉਹ ਲਿਆ ਕੇ ਦੇ ਦੇਵੇਗਾ। ਪਰ ਉਹਦੇ ਨਾਲ ਪਿਆਰ ਕੋਈ ਨਹੀਂ ਹੈ। ਜਿਹਦੇ ਤੇ ਭਰੋਸਾ ਏ ਉਹਦੇ ਨਾਲ ਪਿਆਰ ਨਹੀਂ, ਜਿਹਦੇ ਨਾਲ ਪਿਆਰ ਹੈ ਉਹਦੇ ਨਾਲ ਭਰੋਸਾ ਕੋਈ ਨਹੀਂ। ਪਰ ਮਹਾਰਾਜ ਕਹਿੰਦੇ ਜਾਗਤ ਜੋਤ ਜਪਿਆ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬਰਤ ਗੋਰ ਮੜੀ ਮਟ ਭੂਲ ਨਾ ਮਾਨੈ। ਖਾਲਸਾ ਕੌਣ ਹੈ? ਜਿਹੜਾ ਵਾਹਿਗੁਰੂ ਦੇ ਨਾਲ ਪ੍ਰੇਮ ਵੀ ਰੱਖਦਾ ਏ ਤੇ ਵਾਹਿਗੁਰੂ ਤੇ ਭਰੋਸਾ ਵੀ ਰੱਖਦਾ ਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਉਹ ਵਿਚਾਰ ਕਰਦਾ ਵੀਰਨਾਦ ਮਨ ਵਿੱਚ, ਜਿਹੜੇ ਭਗਤ ਨੇ ਨਾ ਇਹ ਮਨ ਵਿੱਚ ਪ੍ਰੇਮ ਵੀ ਰੱਖਦੇ ਨੇ ਤੇ ਪਰਮੇਸ਼ਰ ਦੇ ਪ੍ਰਤੀਤ ਭਰੋਸਾ ਵੀ ਰੱਖਦੇ ਨੇ ਤੇ ਪਰਮੇਸ਼ਰ ਦੀ ਭਗਤੀ ਵਿੱਚ ਜੁਗਤ ਜੁੜੇ ਰਹਿੰਦੇ ਨੇ। ਪ੍ਰੇਮ ਤੇ ਪ੍ਰਤੀਤ ਦੇ ਨਾਲ ਇਹ ਜੁਗਤੀ ਪੂਰਵਕ ਪਰਮੇਸ਼ਰ ਦੀ ਭਗਤੀ ਕਰਦੇ ਨੇ। ਜੈਸੀ ਭਾਵਨਾ ਹੁੰਦੀ ਹੈ ਤੈਸੀ ਮਨ ਵਿੱਚ ਭਗਤੀ ਪੈਦਾ ਹੋ ਜਾਂਦੀ ਹੈ। ਜੇ ਕੋਈ ਬ੍ਰਹਮ ਗਿਆਨ ਦੀ ਇੱਛਾ ਰੱਖਦਾ ਹੈ ਤੇ ਉਹਦੇ ਮਨ ਵਿੱਚ ਗਿਆਨ ਭਗਤੀ। ਕੋਈ ਦੁਖੀ ਹੈ, ਦੁੱਖਾਂ ਦੀ ਨਿਵਰਤੀ ਚਾਹੁੰਦਾ ਏ ਤੇ ਆਰਤ ਭਗਤੀ, ਸੁਕਾਮ ਭਗਤੀ, ਉਪਾਸਕ ਭਗਤੀ, ਫਿਰ 9 ਪ੍ਰਕਾਰ ਦੀ ਭਗਤੀ ਹੈ। ਜੈਸੀ ਕਿਸੇ ਦੇ ਮਨ ਵਿੱਚ ਭਾਵਨਾ ਏ ਉਹੋ ਜੀ ਭਗਤੀ ਪੈਦਾ ਹੋ ਜਾਂਦੀ ਹੈ। ਤੇ ਫਿਰ ਜਿੰਨੇ ਵੀ ਭਗਤ ਨੇ 9 ਪ੍ਰਕਾਰ ਦੇ ਵੀ ਕਹੇ ਨੇ, 11 ਪ੍ਰਕਾਰ ਦੇ ਵੀ ਕਹੇ ਨੇ, 4 ਪ੍ਰਕਾਰ ਦੇ ਵੀ ਕਹੇ ਨੇ, ਉਹ ਪ੍ਰੇਮ ਤੇ ਪ੍ਰਤੀਤ ਦੀ ਜੁਗਤੀ ਦੇ ਨਾਲ ਪ੍ਰਭੂ ਦੀ ਭਗਤੀ ਕਰਦੇ ਨੇ। ਜੇਤੀ ਉਪਾਰਜਨਾ ਸਭ ਸੇਵ ਹਰ ਕੇ। ਬਿਰਜਨਾਦ ਆਪਣੇ ਮਨ ਨੂੰ ਸਮਝਾਉਂਦਾ, ਬਿਰਜਨਾਦਾਂ ਜਿੰਨੀ ਉਪਾਰਜਨਾ ਸ੍ਰਿਸ਼ਟੀ ਹੈ ਸਾਰੀ ਹਰੀ ਦੀ ਸੇਵਾ ਕਰਨ ਵਾਲੀ ਸੇਵਕ ਹੈ। ਹਰ ਦਾਸ ਸਨਮੁਖ ਸਰਬਦਾ। ਹਾਂ, ਸਦਾ ਹੀ ਹਰੀ ਦੇ ਦਾਸ ਬਣ ਕੇ ਤੇ ਹਰੀ ਦੇ ਸਨਮੁਖ ਸਾਹਮਣੇ ਰਹਿੰਦੇ ਨੇ। ਜਿੰਨੀ ਲੁਕਾਈ, ਜਿੰਨੀ ਸ੍ਰਿਸ਼ਟੀ ਹੈ, ਜਿੰਨੀ ਪਦਾਇਸ਼ ਹੈ, ਇਹ ਸਰਬਦਾ ਕਹੀਏ ਸਦਾ ਹੀ ਪਰਮੇਸ਼ਰ ਦੇ ਸਨਮੁਖ ਰਹਿੰਦੇ ਨੇ, ਹਰ ਵੇਲੇ ਹੀ ਦਾਸ ਬਨ ਕਰਕੇ। ਹਰ ਬਿਨ ਨਾ ਪੂਜਤ ਆਨ ਦੇਵ ਹੈ। ਹਾਂ, ਹਰੀ ਤੋਂ ਬਿਨਾ ਹੋਰ ਕਿਸੇ ਨੂੰ ਪੂਜਦੇ ਨਹੀਂ ਹਨ। ਜਜਤ ਹਰ ਜਨ ਹਰ ਸਦਾ। ਸਦਾ ਹੀ ਹਰੀ ਨੂੰ ਜਾਣਦੇ ਨੇ ਤੇ ਹਰੀ ਦੀ ਪੂਜਾ ਕਰਦੇ ਹਨ ਸੇਵਕ ਬਨ ਕਰਕੇ। ਪਾਦ ਕਮਲ ਤਿ ਸੇਵਤ ਧਿਆਨ ਧਾਰਤ। ਹਾਂ, ਜਿਹਦੇ ਚਰਨ ਕਮਲ ਹੈ ਨਾ ਉਹਨੂੰ ਸੇਵਦੇ ਨੇ, ਉਹਦਾ ਧਿਆਨ ਧਾਰਦੇ ਨੇ, ਉਹਦੀ ਸੇਵਾ ਵਿੱਚ ਲੱਗੇ ਰਹਿੰਦੇ ਨੇ। ਜਿਹਦੇ ਚਰਨਾਂ ਵਿੱਚ ਕਵਲ ਲక్ష్ਮੀ ਬੈਠੀ ਹੈ ਤੇ ਉਹਨੂੰ ਸੇਵਦੇ ਨੇ, ਉਹਦਾ ਧਿਆਨ ਧਰਦੇ ਨੇ। ਪਦ ਕਮਲ ਸੇਵਤ, ਜਿਸ ਭਗਵਾਨ ਦੇ ਚਰਨਾਂ ਨੂੰ ਕਵਲ ਲక్ష్ਮੀ ਸੇਵਦੀ ਹੈ ਸਾਰੀ ਲੁਕਾਈ ਉਹਦਾ ਧਿਆਨ ਧਰਦੀ ਹੈ। ਗੁਣ ਗਾਨ ਕੀਰਤਨ ਭਗਤ ਜਨ। ਜਿਹੜੇ ਭਗਤ ਜਨ ਨੇ ਉਹ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਗੁਣਾਂ ਨੂੰ ਗਾਉਣਾ ਕਰਦੇ ਨੇ, ਕੀਰਤਨ ਕਰਦੇ ਹਨ। ਹੋ ਭਗਤ ਮਾਰਗ ਲੀਨ ਹਰ ਮਹਿ। ਹੋ ਹੇ ਭਾਈ, ਹੇ ਮਨਾ, ਜਿਹੜੇ ਭਗਤ ਨੇ ਉਹ ਭਗਤੀ ਦੇ ਮਾਰਗ ਦੇ ਉੱਪਰ ਚੱਲ ਕਰਕੇ ਤੇ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਨੇ। ਪ੍ਰਿਯ ਪ੍ਰੀਤ ਚਰਨਨ ਰੈਨ ਦਿਨ। ਹਾਂ, ਪਿਆਰੇ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਉਹ ਰਾਤ ਤੇ ਦਿਨ ਪ੍ਰੀਤੀ ਰੱਖਦੇ ਨੇ। ਜਿਹੜੇ ਅਕਾਲ ਦੇ ਉਪਾਸ਼ਕ ਨੇ, ਜਿਹੜੇ ਅਕਾਲ ਦੇ ਭਗਤ ਨੇ। ਧਨ ਤੇ ਜਨ ਭਗਤ ਹਰ ਕੇ। ਹਾਂ, ਕਹਿੰਦੇ ਧਨ ਨੇ ਉਹ ਜਨ ਜਿਨ੍ਹਾਂ ਨੂੰ ਹਰੀ ਦੀ ਭਗਤੀ ਪ੍ਰਾਪਤ ਹੋਈ ਹੈ, ਜਿਹੜੇ ਹਰੀ ਦੇ ਭਗਤ ਕਹਿਲਾਉਂਦੇ ਨੇ। ਹਰ ਜਜਤ ਹਰ ਪਦ ਸੇਵਹੀ। ਜਿਹੜੇ ਹਰੀ ਨੂੰ ਜਜਤ ਪੂਜਦੇ ਨੇ,
ਹਰੀ ਦੇ ਚਰਨਾਂ ਕਮਲਾਂ ਦੀ ਸੇਵਾ ਕਰਦੇ ਨੇ। ਹਰ ਧਿਆਨ ਨਿਸ ਦਿਨ ਨੇਮ ਪੂਰਬ, ਨੇਮ ਨਿਯਮ ਪੂਰਬ ਨਾਲ, ਨਿਯਮ ਦੇ ਨਾਲ ਜਿਹੜੇ ਧਿਆਨ ਧਾਰਦੇ ਨੇ ਰਾਤ ਦਿਨੇ ਹਰੀ ਦਾ। ਹਰ ਬਿਨਾ ਜਜਤ ਨਾ ਕੇਵਹੀ, ਹਰੀ ਤੋਂ ਬਿਨਾ ਕਿਵੇਂ ਵੀ ਕਿਸੇ ਨੂੰ ਜਜਤ ਮੈਨੇ ਪੂਜਦੇ ਨਹੀਂ, ਉਹ ਧਨ ਨੇ। ਬਿਰਜਨਾਥ ਕਹਿੰਦਾ ਮਨਾ ਉਹ ਧਨ ਨੇ ਜਿਹੜੇ ਗੁਰੂ ਖਾਲਸਾ ਜੀ ਮਾਤਾ ਦੇ ਦੁਆਰੇ ਟੱਲ ਵੇਖਿਆ ਤੇ ਟੱਲ ਖੜਕਾਤਾ, ਪੀਰ ਦਾ ਚਿਰਾਗ ਵੇਖਿਆ ਤੇ ਤੇਲ ਪਾ ਦਿੱਤਾ, ਗੁਰਦੁਆਰਾ ਵੇਖਿਆ ਤੇ ਮੱਥਾ ਟੇਕ ਦਿੱਤਾ, ਤੇ ਗੁਰੂ ਖਾਲਸਾ ਜੀ ਈਸਾਈਆਂ ਦਾ ਚਰਚ ਵੇਖਿਆ ਤੇ ਉੱਥੇ ਜਾ ਕਰਕੇ ਪ੍ਰੇਅਰ ਕਰ ਦਿੱਤੀ। ਉਹਨਾਂ ਨੂੰ ਭਗਤ ਨਹੀਂ ਜੇ ਆਖਿਆ ਜਾਂਦਾ, ਉਹਨਾਂ ਨੂੰ ਦਬੜੂ ਘੁਸਰੂ ਕਹਿੰਦੇ ਨੇ, ਉਹਨਾਂ ਨੂੰ ਦਲ ਬਦਲੂ ਕਹਿੰਦੇ ਨੇ। ਜਿਵੇਂ ਪੰਜਾਬੀ ਦੀ ਕਹਾਵਤ ਹੈ, ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਉਹਨਾਂ ਦੀ ਇਹ ਹਾਲਤ ਹੁੰਦੀ ਹੈ। ਬਿਰਜਨਾਥ ਕਹਿੰਦਾ ਮੈਂ ਉਹਨਾਂ ਭਗਤਾਂ ਨੂੰ ਧੰਨ ਕਹਿਣਾ ਹੈ ਜਿਹੜੇ ਹਰੀ ਤੋਂ ਬਿਨਾ ਹੋਰ ਕਿਸੇ ਨੂੰ ਪੂਜਦੇ ਨਹੀਂ, ਇੱਕ ਹਰੀ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਰੱਖਦੇ ਨੇ। ਬਾਨ ਤ੍ਰੇਨ ਸੂਖਮ ਅਸਥੂਲ ਸਗਲੀ, ਹਾਂ ਜਿਹੜੇ ਜੰਗਲਾਂ ਤੇ ਤ੍ਰਿਨ ਘਾਹ ਤੇ ਸੂਖਮ ਤੇ ਅਸਥੂਲ ਜਿੰਨੀ ਵੀ ਸ੍ਰਿਸ਼ਟੀ ਹੈ, ਕਿਉਂਕਿ ਜੰਗਲ ਗੁਰੂ ਖਾਲਸਾ ਜੀ ਵੱਡਾ ਹੁੰਦਾ ਹੈ, ਜੰਗਲ ਦੇ ਮੁਕਾਬਲੇ ਘਾਹ ਬਿਲਕੁਲ ਛੋਟਾ ਹੈ। ਫਿਰ ਸੂਖਮ ਜਿਹੜੀ ਅੱਖਾਂ ਦੇ ਨਾਲ ਦਿਖਾਈ ਨਹੀਂ ਦਿੰਦੀ, ਉਹ ਸ੍ਰਿਸ਼ਟੀ ਅਤੀ ਸੂਖਮ ਹੈ, ਤੇ ਅਸਥੂਲ ਜਿਹੜੀ ਗੁਰੂ ਖਾਲਸਾ ਜੀ ਪ੍ਰਤੱਖ ਦਿਖਾਈ ਦਿੰਦੀ ਹੈ। ਘਾਹ ਤੋਂ ਲੈ ਕੇ ਜੰਗਲ ਤੱਕ, ਸੂਖਮ ਤੋਂ ਲੈ ਕਰਕੇ ਅਸਥੂਲ ਤੱਕ ਜਿੰਨੀ ਵੀ ਸ੍ਰਿਸ਼ਟੀ ਹੈ ਲੁਕਾਈ ਹੈ। ਹਰ ਬਿਰਤੇਕ ਨਾ ਜਾਣਹੀ, ਹਰੀ ਤੋਂ ਬਤਰੇਕ ਬਿਨਾ ਨਹੀਂ ਜਾਣਦੇ, ਉਹ ਧਨ ਨੇ ਭਗਤ। ਸਾਰਿਆਂ ਵਿੱਚ ਹਰੀ ਪ੍ਰਮਾਤਮਾ ਨੂੰ ਹੀ ਜੋ ਤੱਕਦੇ ਨੇ। ਆਤਮ ਪਸਾਰਾ ਬ੍ਰਹਮ ਮੈਂ, ਜਿਹੜੇ ਜਾਣਦੇ ਨੇ ਕਿ ਸਾਰੇ ਪਾਸੇ ਆਤਮਾ ਦਾ ਹੀ ਪਸਾਰਾ ਹੈ। ਜਾਂ ਜਿਹੜੇ ਗਿਆਨ ਭਗਤ, ਜਿਹੜੇ ਗੁਰੂ ਖਾਲਸਾ ਜੀ ਨਿੱਜੀ ਸਰੂਪ ਦਾ ਧਿਆਨ ਧਾਰਦੇ ਨੇ, ਜਿਹੜੇ ਜਾਣਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਮੈਂ ਜੋਤ ਸਰੂਪ ਹੈ, ਮੇਰੇ ਵਿੱਚ ਤੇ ਬ੍ਰਹਮ ਦੇ ਵਿੱਚ ਰਤਾ ਮਾਤਰ ਭੇਦ ਨਹੀਂ ਹੈ, ਤੇ ਮੈਂ ਅਵਿਦਿਆ ਦੀ ਉਪਾਧੀ ਕਰਕੇ ਜੀਵ ਕਹਿਲਾਉਣਾ ਹਾਂ, ਤੇ ਉਹ ਵਿਆਪਕ ਬ੍ਰਹਮ ਹੈ। ਜਿਵੇਂ ਪਾਣੀ ਦੀ ਬੂੰਦ ਤੇ ਸਮੁੰਦਰ ਦੇ ਪਾਣੀ ਵਿੱਚ ਸਮੁੰਦਰ ਦੀ ਉਪਾਧੀ ਕਰਕੇ ਤੇ ਬੂੰਦ ਉਪਾਧੀ ਕਰਕੇ ਫਰਕ ਹੈ ਦੋਨੋਂ ਪਾਸੇ ਪਾਣੀ ਹੀ ਹੈ। ਜਿਹੜੇ ਐਸਾ ਜਾਣਦੇ ਨੇ ਤੇ ਉਹ ਵੀ ਧਨ ਨੇ, ਕਿਉਂਕਿ ਉਹ ਜਾਣਦੇ ਨੇ ਕਿ ਆਤਮ ਮੇਰੇ ਤੋਂ ਹੀ ਸਾਰੇ ਜਗਤ ਦਾ ਪਸਾਰਾ ਹੋਇਆ ਹੈ। ਜਿਵੇਂ ਗੁਰੂ ਖਾਲਸਾ ਜੀ ਭਗਵਤ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਨੇ ਉਪਦੇਸ਼ ਕੀਤਾ ਹੈ, ਅਰਜਨ ਮੈਂ ਹੀ ਸਾਰੇ ਜਗਤ ਦਾ ਕਰਤਾ ਹੂੰ। ਕਈਆਂ ਨੇ ਆਖਿਆ ਜੀ ਸ਼੍ਰੀ ਕ੍ਰਿਸ਼ਨ ਨੇ ਹੰਕਾਰ ਦੀਆਂ ਗੱਲਾਂ ਕੀਤੀਆਂ ਨੇ। ਮੈਂ ਗੁਰੂ ਖਾਲਸਾ ਜੀ ਦੋ ਪ੍ਰਕਾਰ ਦੀ ਹੈ, ਇੱਕ ਸ਼ੁੱਧ ਮੈਂ ਹੈ, ਇੱਕ ਅਸ਼ੁੱਧ ਮੈਂ ਹੈ। ਸ਼ੁੱਧ ਮੈਂ ਬ੍ਰਹਮ ਦੀ ਜਨਾਇਕ ਹੈ, ਵਿਆਪਕ ਬ੍ਰਹਮ ਦੀ। ਸ਼ੁੱਧ ਮੈਂ ਦਾ ਅਰਥ ਹੈ ਵਿਆਪਕ ਬ੍ਰਹਮ, ਅਸ਼ੁੱਧ ਮੈਂ ਦਾ ਅਰਥ ਹੈ ਜੀਵ। ਉੱਥੇ ਗੁਰੂ ਖਾਲਸਾ ਜੀ ਸ਼ੁੱਧ ਮੈਂ ਦੀ ਗੱਲ ਹੋ ਰਹੀ ਹੈ, ਅਵਿਦਿਆਕ੍ਰਿਤ ਅਸ਼ੁੱਧ ਮੈਂ ਦੀ ਗੱਲ ਨਹੀਂ ਹੈ ਉੱਥੇ। ਸੋ ਕਹਿੰਦੇ ਜਿਹੜੇ ਜਾਣਦੇ ਨੇ ਕਿ ਮੇਰੇ ਤੋਂ ਹੀ, ਮੇਰੇ ਨਿੱਜੀ ਸਰੂਪ ਤੋਂ ਹੀ ਸਾਰਾ ਪਸਾਰਾ ਹੋਇਆ ਏ, ਤੇ ਮੈਂ ਬ੍ਰਹਮ ਦਾ ਸਰੂਪ ਹਾਂ। ਬ੍ਰਹਮ ਮੈਂ ਆਪਣੇ ਆਪ ਨੂੰ ਬ੍ਰਹਮ ਦਾ ਸਰੂਪ ਜਾਣਦੇ ਨੇ, ਤੇ ਆਪਣੇ ਨਿੱਜੀ ਸਰੂਪ ਤੋਂ ਸਾਰਾ ਕੁਦਰਤ ਦਾ ਪਸਾਰਾ ਜਾਣਦੇ ਨੇ। ਬਿਰਜਨਾਥ ਕਹਿੰਦਾ ਮਨਾ ਉਹ ਧਨ ਨੇ। ਜਿਮ ਬੂੰਦ ਸਾਗਰ ਮਾਨਹੀ, ਜਿਹੜੇ ਮੰਨਦੇ ਨੇ ਕਿ ਜਿਵੇਂ ਪਾਣੀ ਦੀ ਬੂੰਦ ਤੇ ਸਮੁੰਦਰ ਇੱਕ ਹੈ, ਏਦਾਂ ਅਸੀਂ ਤੇ ਬ੍ਰਹਮ ਇੱਕ ਹੈ, ਏਦਾਂ ਮੈਂ ਤੇ ਬ੍ਰਹਮ ਇੱਕ ਹਾਂ। ਜਿਹੜੇ ਜਾਣਦੇ ਨੇ ਅਹੰ ਬ੍ਰਹਮ ਅਸਮੀ, ਮੈਂ ਤੇ ਬ੍ਰਹਮ ਇੱਕ ਹਾਂ, ਉਹ ਧਨ ਨੇ। ਬ੍ਰਹਮ ਬੇਤਾ ਦਾਸ ਹਰ ਕੇ, ਜਿਨ੍ਹਾਂ ਨੇ ਬ੍ਰਹਮ ਗਿਆਨ ਦੀ ਖੇਡ ਨੂੰ ਬੇਤਾ ਜਾਣ ਲਿਆ ਹੈ,
ਉਹ ਹਰੀ ਦੇ ਦਾਸ ਨੇ, ਉਹਨਾਂ ਨੂੰ ਗਿਆਨ ਭਗਤੀ ਪ੍ਰਾਪਤ ਹੈ। ਉਹ ਸੰਸਾਰ ਦੇ ਵਿੱਚ ਗਿਆਨ ਭਗਤ ਅਖਵਾਉਂਦੇ ਨੇ। ਬ੍ਰਹਮ ਗਿਆਨ ਕਮਾਵਹੀ, ਉਹ ਬ੍ਰਹਮ ਗਿਆਨ ਕਮਾਉਂਦੇ ਹਨ, ਬ੍ਰਹਮ ਗਿਆਨ ਦੀ ਕਮਾਈ ਕਰਦੇ ਨੇ, ਧਿਆਨ ਲਾ ਕੇ ਰੱਖਦੇ ਨੇ ਕਿ ਮੈਂ ਤੇ ਬ੍ਰਹਮ ਇੱਕ ਹੀ ਹਾਂ। ਬ੍ਰਹਮ ਮੈਂ ਸਭ ਬ੍ਰਹਮ ਪੇਖਤ, ਉਹ ਬ੍ਰਹਮ ਦਾ ਰੂਪ ਹੋ ਕਰਕੇ ਭਾਈ ਕਨਈਏ ਵਾਂਗੂ ਸਾਰਿਆਂ ਵਿੱਚ ਬ੍ਰਹਮ ਹੀ ਵੇਖਦੇ ਨੇ। ਬ੍ਰਹਮ ਦਾ ਆਖਰੀ ਅਰਥ ਹੈ ਵਿਆਪਕ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵਿਆਪਕ ਹੈ। ਜਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹ ਸਾਰੇ ਪਾਸੇ ਫੈਲਿਆ ਹੋਇਆ ਹੈ। ਇਸ ਵਾਸਤੇ ਗੁਰੂ ਖਾਲਸਾ ਜੀ ਵਾਹਿਗੁਰੂ ਅਕਾਲ ਪੁਰਖ ਨੂੰ ਬ੍ਰਹਮ ਕਹਿੰਦੇ ਨੇ। ਉਹ ਬ੍ਰਹਮ ਮੈਂ, ਬ੍ਰਹਮ ਦਾ ਰੂਪ ਹੋ ਗਏ ਨੇ ਤੇ ਸਾਰਿਆਂ ਵਿੱਚ ਬ੍ਰਹਮ ਹੀ ਦੇਖਦੇ ਨੇ ਭਾਈ ਕਨਈਏ ਵਾਂਗ। ਬ੍ਰਹਮ ਬ੍ਰਹਮ ਧਿਆਵਹੀ, ਹਾਂ ਉਹ ਬ੍ਰਹਮ ਬ੍ਰਹਮ ਹੀ ਧਿਆਉਂਦੇ ਨੇ। ਉਹ ਕਹਿੰਦੇ ਨੇ ਕਿ ਸਾਰੇ ਪਾਸੇ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਉਹ ਕਹਿੰਦੇ ਨੇ ਵੀ ਸਾਨੂੰ ਬ੍ਰਹਮ ਹੀ ਦਿਸਦਾ ਏ, ਬ੍ਰਹਮ ਹੀ ਸੁਣਦਾ ਏ ਤੇ ਬ੍ਰਹਮ ਹੀ ਬੋਲ ਰਿਹਾ ਹੈ। ਉਹ ਬ੍ਰਹਮ ਬ੍ਰਹਮ ਹੀ ਧਿਆਉਂਦੇ ਨੇ, ਵਾਹਿਗੁਰੂ ਵਾਹਿਗੁਰੂ ਹੀ ਜਪਦੇ ਹਨ। ਸੁਭ ਕਿਰਿਆ ਸੁਭਾਵਕ ਹੋਤ ਹਰ ਜਨ, ਜਿਹੜੇ ਉਹ ਹਰੀ ਦੇ ਜਨ ਨੇ ਉਹਨਾਂ ਦੀ ਕਿਰਿਆ ਸੁਭਾਵਕ ਹੀ ਹੁੰਦੀ ਹੈ। ਇੱਕ ਗੁਰੂ ਖਾਲਸਾ ਜੀ ਕਿਰਿਆ ਹੁੰਦੀ ਹੈ, ਇੱਕ ਕਰਮ ਹੁੰਦਾ ਹੈ। ਪਹਿਲਾਂ ਇਹ ਵਿਚਾਰ ਨੂੰ ਸਮਝਣਾ ਪਵੇਗਾ। ਜੋ ਕੁਝ ਵੀ ਆਪਾਂ ਕਰਦੇ ਆ ਨਾ, ਇਹਨੂੰ ਕਿਰਿਆ ਕਹਿੰਦੇ ਨੇ। ਕਿਰਿਆ ਸਹਿਜ ਸੁਭਾਵਕ ਹੋ ਰਹੀ ਹੈ। ਜਿਵੇਂ ਸਹਿਜੇ ਹੀ ਬੰਦਾ ਤੁਰਿਆ ਜਾ ਰਿਹਾ ਹੈ, ਸਹਿਜੇ ਹੀ ਬੰਦਾ ਰੋਟੀ ਖਾ ਰਿਹਾ ਹੈ, ਸਹਿਜੇ ਹੀ ਪਾਣੀ ਪੀ ਰਿਹਾ ਹੈ, ਇਹਨੂੰ ਕਿਰਿਆ ਕਹਿੰਦੇ ਨੇ। ਜਦੋਂ ਬੰਦਾ ਕਹਿੰਦਾ ਨਾ ਵੀ ਮੈਂ ਤੁਰਿਆ, ਕਿਰਿਆ ਦੇ ਨਾਲ ਮੈਂ ਸ਼ਬਦ ਲੱਗ ਗਿਆ, ਉਹ ਕਰਮ ਬਣ ਜਾਂਦਾ ਜੀ। ਕਰਮ ਗੁਰੂ ਖਾਲਸਾ ਜੀ ਦੁੱਖ ਤੇ ਸੁਖ ਦਾ ਹੇਤੂ ਹੈ। ਮਾਨੋ 200 ਰੁਪਈਆ ਗੁਰੂ ਘਰ ਦੇ ਗ੍ਰੰਥੀ ਨੂੰ ਦਿੱਤਾ ਹੈ, ਇਹ ਕਿਰਿਆ ਹੈ। ਮੂੰਹੋਂ ਨਿਕਲ ਗਿਆ ਕਿ ਮੈਂ 200 ਰੁਪਈਆ ਗੁਰਦੁਆਰੇ ਦੇ ਗ੍ਰੰਥੀ ਨੂੰ ਦਿੱਤਾ, ਇਹ ਪੁੰਨ ਬਣ ਗਿਆ ਹੈ। ਇਹ ਪੁੰਨ ਦਾ ਫਲ ਸਾਨੂੰ ਸੁਖ ਪ੍ਰਾਪਤ ਹੋਵੇਗਾ। ਗੁਰੂ ਖਾਲਸਾ ਜੀ ਰਸਤੇ ਵਿੱਚ ਤੁਰੇ ਜਾਂਦੇ ਐ ਤੇ ਗੱਡੀ ਦੇ ਟਾਇਰ ਹੇਠ ਆ ਕਰਕੇ ਕੁੱਤਾ ਜਾਂ ਕੋਈ ਆਮ ਜਾਨਵਰ ਮਰ ਗਿਆ ਹੈ। ਇਹ ਕਿਰਿਆ ਹੋ ਗਈ, ਇਹਦਾ ਨਾ ਕੋਈ ਪੁੰਨ ਹੈ ਨਾ ਕੋਈ ਪਾਪ ਹੈ। ਸੁਭਾਵਕ ਹੀ ਉਹਦੀ ਮੌਤ ਆਈ ਤੇ ਬਹਾਨਾ ਬਣ ਗਿਆ, ਗੱਡੀ ਦਾ ਟਾਇਰ ਉਹਦੇ ਉੱਪਰੋਂ ਦੀ ਲੰਘ ਗਿਆ ਤੇ ਉਹ ਮੌਤ ਨੂੰ ਪ੍ਰਾਪਤ ਹੋ ਗਿਆ ਜੀਵ। ਕਿਹਾ ਵੀ ਮੈਂ ਕੁੱਤਾ ਮਾਰਿਆ ਹੈ। ਇਹ ਕੁੱਤੇ ਸੜਕਾਂ ਦੇ ਉੱਪਰ ਤੁਰੇ ਫਿਰਦੇ ਨੇ, ਇਹਨਾਂ ਨੇ ਗੰਦ ਪਾਇਆ ਹੈ, ਅੱਜ ਮੈਂ ਇੱਕ ਝਟਕਾ ਦਿੱਤਾ ਹੈ। ਇਹ ਗੁਰੂ ਖਾਲਸਾ ਜੀ ਕਿਰਿਆ ਦੇ ਨਾਲ ਮੈਂ ਲੱਗ ਗਈ, ਇਹ ਪਾਪ ਬਣ ਗਿਆ, ਇਹਦਾ ਫਲ ਦੁੱਖ ਪ੍ਰਾਪਤ ਹੋਵੇਗਾ। ਬ੍ਰਹਮ ਗਿਆਨੀਆਂ ਦੇ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਆਉਂਦਾ ਹੈ, ਪਾਪ ਪੁੰਨ ਕੀ ਭਈ ਕਹਾਵਤ। ਉਹਨਾਂ ਲਈ ਪਾਪ ਪੁੰਨ ਦੀ ਕਹਾਵਤ ਹੀ ਹੈ। ਉਹ ਪਾਪ ਪੁੰਨ ਗੁਰੂ ਖਾਲਸਾ ਜੀ ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਜੇ ਕਰਦਾ, ਕਿਉਂਕਿ ਜਿਹੜੀ ਕਿਰਿਆ ਦੇ ਨਾਲ ਮੈਂ ਲੱਗ ਗਿਆ ਉਹਨੇ ਕਰਮ ਬਣ ਜਾਣਾ। ਇਹ ਕਰਮ ਇਕੱਠੇ ਹੁੰਦੇ ਜਾਂਦੇ ਨੇ। ਧਰਮਰਾਜੇ ਦੀ ਦਰਗਾਹ ਦੇ ਵਿੱਚ ਜਾ ਕੇ ਫਿਰ ਇਹਨਾਂ ਦਾ ਲੇਖਾ ਦੇਣਾ ਪੈਂਦਾ ਹੈ। ਫਿਰ ਜਿੰਨੇ ਕਰਮ ਆਪਾਂ ਨੇ ਕੀਤੇ ਨੇ ਇਕੱਠੇ ਹੋਏ ਨੇ, ਇਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ। ਇਹਨਾਂ ਕਰਮਾਂ ਵਿੱਚੋਂ ਇੱਕ ਕਰਮ ਕੱਢ ਕੇ ਉਹਦੀ ਪ੍ਰਾਰਬਧ ਬਣਾ ਦਿੰਦੇ ਨੇ। ਮਾਨੋ ਇੱਕ ਜਨਮ ਵਿੱਚ ਬੰਦੇ ਨੇ 100 ਕਰਮ ਕੀਤਾ ਹੈ, 100 ਕਰਮ ਰੱਖ ਦੇਣੇ ਹੈ। ਜਿਵੇਂ ਗੁਰੂ ਖਾਲਸਾ ਜੀ ਵਿਦਾਂਤ ਦੇ ਗ੍ਰੰਥਾਂ ਵਿੱਚ ਇਹ ਗੱਲ ਲਿਖੀ ਹੈ। ਪਿਆਰੇ ਭਾਈ ਦਇਆ ਸਿੰਘ ਜੀ ਦੇ ਕੋਲ ਵੀ ਸਿੱਖਾਂ ਨੇ ਸਵਾਲ ਕੀਤੇ ਤੇ ਉਹ ਵੀ ਉੱਤਰ ਦਿੱਤੇ। ਕਵੀ ਸੰਤੋਖ ਸਿੰਘ ਜੀ ਨੇ ਵੀ ਉਹ ਆਤਮ ਗਿਆਨ ਦੀ ਕਥਾ ਦੇ ਸਿਰਲੇਖ ਹੇਠ 5ਵੀਂ ਰੁੱਤ ਤੇ 13ਵੀਂ ਪੋਥੀ ਵਿੱਚ ਪ੍ਰਸੰਗ ਲਿਖਿਆ ਹੈ। ਆਮ ਇਹ ਵਿਦਾਂਤ ਦੇ ਪੁਸਤਕਾਂ ਦੇ ਵਿੱਚ
ਸ਼ਬਦ ਲਿਖਿਆ ਮਿਲਦਾ ਹੈ। ਜਿਵੇਂ ਗੁਰੂ ਖਾਲਸਾ ਜੀ ਕਿਸੇ ਨੇ ਬੀਜ ਬੀਜਿਆ ਹੋਵੇ, ਉਹਨੇ ਬੀਜ ਖਿਲਾਰ ਦਿੱਤਾ ਏ, ਸੁਹਾਗਾ ਦੇ ਦਿੱਤਾ ਏ। ਇੱਕ ਬੀਜ ਹੁੰਦਾ ਏ ਜਿਹੜਾ ਸਭ ਤੋਂ ਪਹਿਲਾਂ ਫੁੱਟਦਾ ਏ, ਉਹਦੀ ਕੁਰੰਬਲੀ ਬਾਹਰ ਨੂੰ ਨਿਕਲਦੀ ਏ। ਇਦਾਂ ਹੀ ਬੰਦੇ ਨੇ 100 ਜਨਮ ਕੀਤੇ ਨੇ, ਬੰਦੇ ਨੇ 100 ਕਰਮ ਕੀਤੇ ਨੇ। ਉਹ 100 ਕਰਮ ਇਕੱਠੇ ਕਰਕੇ ਰੱਖ ਲਏ ਜਾਂਦੇ ਨੇ। ਜਿਹੜਾ ਪਹਿਲਾਂ ਫਲ ਦੇਣ ਦੇ ਯੋਗ ਹੋਇਆ, ਜਿਹੜਾ ਪਹਿਲਾਂ ਫੁੱਟ ਪਿਆ, ਉਹਦਾ ਗੁਰੂ ਖਾਲਸਾ ਜੀ ਜਨਮ ਮਿਲ ਜਾਣਾ ਹੈ। 99 ਕਰਮ ਪਿੱਛੇ ਬਾਕੀ ਨੇ। ਜੇ ਚੰਗਾ ਕਰਮ ਅੱਗੇ ਆ ਗਿਆ ਤੇ ਮਨੁੱਖਾ ਜਨਮ ਮਿਲ ਜਾਣੀ ਹੈ, ਮਾੜਾ ਆ ਗਿਆ ਤੇ ਅਧੋਗਤੀ ਵਾਲੀ ਜੂਨ ਪ੍ਰਾਪਤ ਹੋ ਜਾਣੀ ਹੈ। ਫਿਰ ਗੁਰੂ ਖਾਲਸਾ ਜੀ ਬੰਦਾ ਇਸ ਜਨਮ ਵਿੱਚ ਅੱਗੇ 200-400 ਕਰਮ ਹੋਰ ਕਰ ਲੈਂਦਾ ਹੈ। 99 ਪਿੱਛੇ ਪਏ ਨੇ, 200-400 ਇਹ ਵੀ ਜਾ ਕੇ ਜਮਾ ਹੋ ਜਾਣਾ ਹੈ। ਫਿਰ ਇਹਦੇ ਵਿੱਚੋਂ ਇੱਕ ਕਰਮ ਨਿਕਲਣਾ ਹੈ, ਉਹਦੀ ਪਰਾਰਬਧ ਬਣਨੀ ਹੈ, ਮੱਥੇ ਦੇ ਕਰਮ ਲਿਖੇ ਜਾਣੇ ਹੈ। 300-400 ਕਰਮ ਪਿੱਛੇ ਪਿਆ ਹੈ, ਇੱਕ ਕਰਮ ਦੀ ਪਰਾਰਬਧ ਬਣ ਜਾਣੀ ਹੈ। ਜਿਹੜੇ ਮੱਥੇ ਦੇ ਕਰਮ ਲਿਖੇ ਨੂੰ ਪਰਾਰਬਧ ਕਰਮ ਕਹਿੰਦੇ ਨੇ। ਤੇ ਫਿਰ ਜਿਹੜਾ ਬੰਦਾ ਕਰਮ ਕਰਦਾ ਏ ਉਹਨੂੰ ਕਿਰੇਮਾਨ ਕਰਮ ਕਹਿੰਦੇ ਆ। ਕਿਰੇਮਾਨ ਤੋਂ ਸੰਚਿਤ ਬਣਦੇ ਨੇ, ਸੰਚਿਤ ਤੋਂ ਅੱਗੇ ਪਰਾਰਬਧ ਬਣਦੀ ਹੈ। ਸੋ ਇਸ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਇਹ ਚੱਕਰ ਚਲੀ ਜਾਂਦਾ ਹੈ। ਇਸ ਲਈ ਜੇ ਚੱਕਰ ਨੂੰ ਮਿਟਾਉਣਾ ਹੋਵੇ ਨਾ, ਤੇ ਬੰਦਾ ਇਹ ਨਾ ਕਦੀ ਵੀ ਕਵੇ ਵੀ ਮੈਂ ਆਹ ਕੀਤਾ ਹੈ। ਜੇ ਚੰਗਾ ਕੰਮ ਕਰਕੇ ਵੀ ਕਹਿੰਦੇ ਆ ਨਾ ਮੈਂ ਕੀਤਾ, ਉਹਨੇ ਪੁੰਨ ਬਣ ਜਾਣਾ ਹੈ, ਤੇ ਪੁੰਨ ਤੋਂ ਸਾਨੂੰ ਜਨਮ ਫੇਰ ਮਿਲ ਜਾਣਾ ਹੈ। ਚੰਗਾ ਕਰਕੇ ਵੀ ਕਹੋ ਵੀ ਉਹਨੇ ਕਰਾਇਆ ਹੈ, ਮਾੜਾ ਕਰਕੇ ਵੀ ਕਹੋ ਉਹਨੇ ਕਰਾਇਆ ਹੈ। ਨਾ ਬਣੇਗਾ ਪੁੰਨ ਤੇ ਨਾ ਬਣੇਗਾ ਪਾਪ। ਇਹ ਜਨਮ ਦਾ ਕੰਮ ਤੇ ਇੱਥੇ ਖਲੋ ਗਿਆ। ਫਿਰ ਜਿਹੜੇ ਪਿਛਲੇ ਜਨਮਾਂ ਦੇ ਹੈ, ਗਿਆਨ ਭਇਆ ਤੋਂ ਕਰਮੈ ਨਾਸ, ਕਮਾਈ ਕਰੋ। ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ, ਜਿਹੜੇ ਪਿੱਛੇ ਪਏ ਸੰਚਿਤ ਕਰਮ ਨੇ ਉਹ ਵੀ ਖਤਮ ਹੋ ਜਾਣਗੇ, ਉਹ ਵੀ ਸੜ ਜਾਣਗੇ। ਇਸ ਲਈ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਹਿਜ ਸੁਭਾਵਕ ਹੀ ਚੰਗੀ ਕਿਰਿਆ ਕਰੀ ਜਾਂਦੇ ਨੇ। ਉਹ ਬੁਰਾ ਨਹੀਂ ਕਰਦੇ, ਸਹਿਜ ਸੁਭਾਵਕ ਚੰਗਾ ਹੀ ਕਰਦੇ ਨੇ। ਕਰਮ ਤੇ ਉਹ ਕਰਦੇ ਨਹੀਂ, ਕਿਰਿਆ ਤੱਕ ਹੀ ਉਹ ਸੀਮਤ ਰਹਿੰਦੇ ਨੇ। ਸकुल कुल सुरबंस है। ਹਾਂ, ਉਹ ਸ੍ਰੇਸ਼ਟ ਕੁਲਾਂ ਵਿੱਚ ਆਏ ਨੇ। ਤੇ ਬੀਰਜਨਾਥ ਕਹਿੰਦਾ ਉਹ ਸਾਰੇ ਦੇਵਤਿਆਂ ਦੀ ਬੰਸ ਵਿੱਚ ਹੀ ਪੈਦਾ ਹੋਏ ਨੇ। ਜਿਹੜੇ ਐਸੇ ਭਗਤ ਨੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ, ਜਿਹੜੇ ਕਮਾਈਆਂ ਕਰ ਰਹੇ ਨੇ, ਉਹ ਸੁਰ ਕਹੀਏ ਉੱਤਮ ਬੰਸਾਂ ਵਿੱਚ ਹੀ ਸਾਰੇ ਪ੍ਰਾਪਤ ਹੋਏ ਨੇ। ਉਹ ਸकुल ਸ੍ਰੇਸ਼ਟ ਕੁਲਾਂ ਦੇ ਮਾਲਕ ਨੇ। ਧਨ ਧਨ ਜਨਨੀ ਪਿਤਾ ਧਨ ਹੈ। ਬੀਰਜਨਾਥ ਕਹਿੰਦਾ ਉਹਨਾਂ ਦੀ ਮਾਂ ਵੀ ਧਨ ਹੈ, ਉਹਨਾਂ ਦਾ ਪਿਤਾ ਵੀ ਧਨ ਹੈ। ਧਨ ਦੇਵ ਦੇਵੰਸ ਹੈ। ਉਹ ਦੇਵਤੇ ਵੀ ਧਨ ਨੇ, ਉਹਨਾਂ ਦੇਵਤਿਆਂ ਦੀਆਂ ਦੇਵੰਸ ਔਲਾਦਾਂ ਵੀ ਧਨ ਹਨ। ਪ੍ਰਭ ਆਗਿਆ ਭਾਵ ਲੇਤ ਹਰ ਜਨ। ਹਾਂ, ਪ੍ਰਭੂ ਦੀ ਆਗਿਆ ਦੇ ਨਾਲ ਸੰਸਾਰ ਦੇ ਵਿੱਚ ਰੱਬ ਦੇ ਪਿਆਰੇ ਭਾਵ ਜਨਮ ਲੈਂਦੇ ਹਨ। ਕਲਿਆਣ ਕਾਰਕ ਜਗਤ ਹੈ। ਉਹ ਜਗਤ ਦੀ ਕਲਿਆਣ ਕਰਨ ਵਾਸਤੇ ਆਉਂਦੇ ਨੇ। ਉਹ ਕਲਿਆਣ ਕਾਰਕ, ਕਲਿਆਣ ਕਰਨ ਵਾਲੇ ਹੁੰਦੇ ਨੇ। ਹੁਨ ਲੀਨ ਆਗਿਆ ਹੋਤ ਹਰ ਮਹਿ। ਫਿਰ ਹਰੀ ਦੀ ਆਗਿਆ ਦੇ ਨਾਲ ਹਰੀ ਵਿੱਚ ਲੀਨ ਹੋ ਜਾਂਦੇ ਨੇ। ਬੂੰਦ ਸਾਗਰ ਭਗਤ ਹੈ। ਜਿਵੇਂ ਬੂੰਦ ਸਮੁੰਦਰ ਵਿੱਚ ਲੀਨ ਹੁੰਦੀ ਹੈ, ਇਦਾਂ ਹੀ ਭਗਤ ਵਾਹਿਗੁਰੂ ਅਕਾਲ ਪੁਰਖ ਵਿੱਚ ਲੀਨ ਹੋ ਜਾਂਦੇ ਨੇ। ਤ੍ਰਿਗ ਤ੍ਰਿਗ ਰੇ ਮਨ ਮੂੜ ਤੋ ਕਹਾ। ਹਾਂ, ਬੀਰਜਨਾਥ ਕਹਿੰਦਾ ਇੱਕ ਪਾਸੇ ਇਹ ਦੇਵਤੇ ਹਰੀ ਦੇ ਭਗਤ ਨੇ। ਹਰੀ ਦੇ ਭਗਤਾਂ ਬਾਰੇ ਜਿੰਨੀ ਵੀ ਜਾਣਕਾਰੀ ਹੈ ਮਹਾਰਾਜ ਨੇ ਬੀਰਜਨਾਥ ਦੇ ਮੁਖ ਵਿੱਚ ਰੱਖ ਕੇ ਆਪ ਖਾਲਸੇ ਨੂੰ ਦਿੱਤੀ ਹੈ। ਬੀਰਜਨਾਥ ਨੇ ਸੋਚਿਆ ਇਹ ਕਿ ਭਗਤ ਐਸੇ ਹੁੰਦੇ ਨੇ ਤੇ ਦੇਵਤੇ ਤੇ ਭਗਤ ਨੇ, ਤੇ ਤੂੰ ਉਹਨਾਂ ਦੇ ਨਾਲ ਪੰਗੇ ਲੈਂਦਾ ਰਿਹਾ। ਮਨਾ, ਤੂੰ ਤ੍ਰਿਗਾਕਾਰ ਹੈ, ਤੈਨੂੰ ਤ੍ਰਿਗ ਹੈ, ਤੈਨੂੰ ਲਾਹਨਤ ਹੈ, ਤੈਨੂੰ ਫਿੱਟੇ ਮੂੰਹ ਹੈ, ਤੈਨੂੰ ਤਰਕਾਰਾਂ ਹੈ। ਤੂੰ ਇਹੋ ਜਿਹੇ ਕੰਮਾਂ ਵਿੱਚ ਲੱਗ ਕਰਕੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ।
ਬੀਰਜਨਾਦ ਆਪਣੇ ਮਨ ਨੂੰ ਕਹਿੰਦਾ ਹੈ। ਕੱਟੂ ਵਾਲੀ ਬੀੜ ਤੇ ਮਾਤਾ ਜੀ ਤੇ ਪੁਰਾਣੀਆਂ ਬੀੜਾਂ ਤੇ ਵੱਡੇ ਆਕਾਰ ਦੀ ਜੋ ਛਾਪੇ ਦੀ ਬੀੜ ਹੈ, ਉਹਦੇ ਵਿੱਚ ਧ੍ਰਿਗ ਧ੍ਰਿਗ ਰੇ ਮਨ ਮੂੜ ਤੂੰ ਕਹਿ। ਮੂਰਖਾ ਰੇ ਮਨਾ, ਤੂੰ ਮੂਰਖ ਹੈ ਤੇ ਤੇਰੇ ਤਾਈਂ ਲਾਹਣਤਾਂ ਏ, ਤੇਰੇ ਤਾਈਂ ਧ੍ਰਿਗਾਕਾਰ ਹੈ। ਹਰ ਜਜਿਓ ਨਾ ਹਰ ਜਾਣਿਓ, ਨਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਪੂਜਿਆ ਤੂੰ ਤੇ ਨਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਜਾਣਿਆ। ਬਸ ਲਾਹਣਤੀਆ, ਲਾਹਣਤ ਦਾ ਜਾਮਾ ਪਾ ਕਰਕੇ ਤੇ ਤੂੰ ਲਾਹਣਤਾਂ ਵਾਲੇ ਹੀ ਕਰਮ ਕੀਤੇ। ਬੀਰਜਨਾਦ ਆਪਣੇ ਮਨ ਨੂੰ ਸਮਝਾਉਂਦਾ ਪਿਆ ਏ। ਅਬਿਚਾਰ ਮਤ ਬੁੱਧ ਆਸੁਰੀ, ਹਾਂ ਤੇਰੀ ਮਤ ਵਿਚਾਰ ਤੋਂ ਵੀ ਹੋਣੀ ਹੈ, ਦੰਤਾਂ ਵਾਲੀ ਤੇਰੀ ਬੁੱਧ ਹੈ। ਬੀਰਜਨਾਦਾ ਤੂੰ ਦੈਂਤ ਬੁੱਧੀ ਤੇ ਵਿਚਾਰ ਤੋਂ ਵੀ ਹੋਣੀ ਮਤ ਦੇ ਨਾਲ ਕੋਈ ਚੰਗਾ ਕੰਮ ਨਹੀਂਓ ਕੀਤਾ। ਹੁਵੈ ਬਿਬਸ ਹਰ ਨਿਜ ਮਾਨਿਓ, ਤੂੰ ਬੇਬਸ ਹੋ ਕਰਕੇ, ਕਿਉਂਕਿ ਦੰਤ ਬੁੱਧੀ ਸੀ, ਅਗਿਆਨੀ ਮਤ ਸੀ, ਬੇਬਸ ਹੋ ਕਰਕੇ ਆਪਣੇ ਆਪ ਨੂੰ ਹੀ ਹਰੀ ਮੰਨ ਲਿਆ, ਆਪਣੇ ਆਪ ਨੂੰ ਰੱਬ ਮੰਨ ਕੇ ਤੂੰ ਬੁਰੇ ਕੰਮ ਕੀਤੇ ਨੇ। ਇਸ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਬੀਰਜਨਾਦ ਆਪਣੇ ਆਪ ਨੂੰ ਸਮਝਾਉਂਦਾ ਪਿਆ ਹੈ, ਆਪਣੇ ਆਪ ਨੂੰ ਲਾਹਣਤਾਂ ਪਾਉਂਦਾ ਪਿਆ ਏ, ਦੇਵਤਿਆਂ ਨੂੰ ਹਰੀ ਦੇ ਭਗਤ ਕਹਿੰਦਾ ਪਿਆ ਏ। ਹਰੀ ਦੇ ਭਗਤਾਂ ਦੀ ਜੋ ਵੱਖੋ ਵੱਖਰੀ ਪਦਵੀ ਹੈ ਉਹਦਾ ਗੁਣਗਾਨ ਕਰਦਾ ਪਿਆ ਹੈ। ਹਰੀ ਦੀਆਂ ਭਗਤਾਂ, ਉਹਨਾਂ ਦੀਆਂ ਜਾਤਾਂ, ਉਹਨਾਂ ਦਾ ਧਿਆਨ, ਉਹਨਾਂ ਦੀ ਕਿਰਿਆ, ਸਾਰਾ ਕੁਝ ਆਪਣੇ ਮਨ ਦੇ ਨਾਲ ਗਿਣਦਾ ਪਿਆ ਏ, ਵਿਚਾਰਦਾ ਪਿਆ ਏ। ਧ੍ਰਿਗ ਧ੍ਰਿਗ ਰੇ ਮਨ ਮੂੜ ਤੋ ਕਹਿ, ਹਰ ਜਜਿਓ ਨਾ ਹਰ ਜਾਣਿਓ। ਅਬਚਾਰ ਮਤ ਬੁੱਧ ਆਸੁਰੀ, ਹੋਇ ਬਿਬਸ ਹਰ ਨਿਜ ਮਾਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।